Welcome back to all my viewers on my YouTube channel. I am Surendra Kumar. This is my second part of session related to the Indian democracy at their work. ਭਾਰਤੀ ਲੋਕਤੰਤਰੀ ਦਾ ਸਰੂਪ ਭਾਗ ਦੂਜਾ। ਅਸੀਂ ਪਹਿਲੇ ਭਾਗ ਦੇ ਵਿੱਚ ਇਹਦੇ ਸ਼ਾਰਟ ਕੁਐਸਚਨ ਆਨਸਰ ਤੇ ਵੈਰੀ ਸ਼ਾਰਟ ਕੁਐਸਚਨ ਆਨਸਰ ਨੂੰ ਕੀਤਾ ਸੀ। ਅੱਜ ਅਸੀਂ ਉਹੀ ਕੁਐਸਚਨ ਆਨਸਰ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਇਸ ਚੈਪਟਰ ਨੂੰ ਖਤਮ ਕਰਦੇ ਹਾਂ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਈਡੀ ਭਾਗ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀਆਂ ਨੀਤੀਆਂ ਤੇ ਪ੍ਰੋਗਰਾਮ। ਉੱਤਰ ਹੈ ਭਾਰਤ ਦੇ ਵਿੱਚ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1885 ਦੇ ਵਿੱਚ ਹੋਈ ਸੀ। ਇਹ ਦਲ ਅੱਜ ਵੀ ਭਾਰਤੀ ਰਾਜਨੀਤੀ ਵਿੱਚ ਸਰਗਰਮ ਹੈ। ਇਸ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮ ਦਾ ਵਰਣਨ ਇਸ ਤਰ੍ਹਾਂ ਹੈ। ਪਹਿਲਾ ਹੈ ਲੋਕਤੰਤਰ ਅਤੇ ਧਰਮ ਨਿਰਪੇਖਤਾ ਵਿੱਚ ਦ੍ਰਿੜ ਵਿਸ਼ਵਾਸ, ਸਮਾਜਵਾਦ ਦੇ ਨਾਲ ਨਾਲ ਆਰਥਿਕ ਉਦਾਰਵਾਦ ਦਾ ਬੜਾਵਾ, ਖੇਤੀਬਾੜੀ ਉਦਯੋਗ ਨੂੰ ਦਰਜਾ ਦੇਣਾ ਅਤੇ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜ਼ਾ ਦੇਣਾ, ਪੈਦਾਵਾਰ ਦੀ ਉਚਿਤ ਮੁੱਲ ਦਿਵਾਉਣਾ ਆਦਿ। ਉਦਯੋਗਿਕ ਲਾਇਸੈਂਸ ਪ੍ਰਣਾਲੀ ਨੂੰ ਮੁਕਤ ਕਰਨਾ ਅਤੇ ਇੰਸਪੈਕਟਰੀ ਰਾਜ ਵਿੱਚ ਖਤਮ ਕਰਨਾ ਅਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ। ਗਰੀਬੀ ਨੂੰ ਘੱਟ ਕਰਨ ਲਈ ਬੇਰੁਜ਼ਗਾਰੀ ਨੂੰ ਰੁਜ਼ਗਾਰ ਦੇਣਾ, ਮਜ਼ਦੂਰਾਂ ਦੀ ਹਾਲਤ ਨੂੰ ਵਿੱਚ ਸੁਧਾਰ ਕਰਨਾ ਅਤੇ ਪਿਛੜੇ ਅਤੇ ਕਮਜ਼ੋਰ ਵਰਗਾਂ ਨੂੰ ਧਨ ਦੇ ਨਾਲ ਮਦਦ ਕਰਨੀ। ਘੱਟ ਗਿਣਤੀ ਵਰਗਾਂ ਅਤੇ ਔਰਤਾਂ ਦਾ ਹਾਲਤ ਵਿੱਚ ਸੁਧਾਰ ਕਰਨਾ। ਗੁੱਟ ਨਿਰਪੇਖਤਾ ਦੇ ਆਧਾਰ ਤੇ ਉੱਤੇ ਵਿਦੇਸ਼ੀ ਨੀਤੀ ਬਣਾਉਣਾ। ਸੱਚ ਤਾਂ ਇਹ ਹੈ ਕਿ ਰਾਸ਼ਟਰੀ ਕਾਂਗਰਸ ਆਰਥਿਕ ਉਦਾਰਤਾ ਅਤੇ ਵਿਸ਼ਵ ਸ਼ਾਂਤੀ ਦੀ ਸਮਰਥਕ ਹੈ। ਅੱਗੇ ਹੈ ਰਾਸ਼ਟਰੀ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮ। ਗਰੀਬੀ ਹਟਾਓ ਪ੍ਰੋਗਰਾਮ ਵਿੱਚ ਜ਼ਿਆਦਾ ਰਾਸ਼ੀ ਮੁਹੱਈਆ ਕਰਵਾਉਣਾ, ਸਾਰਵਜਨਿਕ ਫੰਡ ਪ੍ਰਣਾਲੀ ਨੂੰ ਸੁਚਾਰੂ ਬਣਾਉਣਾ, ਸਾਰਵਜਨਿਕ ਖੇਤਰ ਦੇ ਵਿੱਚ ਉਦਯੋਗਾਂ ਦੇ ਜ਼ਿਆਦਾ ਪ੍ਰੋਤਸਾਹਿਤ ਦੇਣਾ, ਮਜ਼ਦੂਰਾਂ ਦੇ ਸ਼ੋਸ਼ਣ ਤੋਂ ਬਚਾਉਣਾ, ਵਿਦੇਸ਼ੀ ਕੰਪਨੀਆਂ ਦੇ ਅਣਲੋੜੀਂਦੇ ਰੂਪ ਦੇ ਵਿੱਚ ਨਾਲ ਪ੍ਰੋਤਸਾਹਨ ਨਾ ਦੇਣਾ, ਰੁਜ਼ਗਾਰ ਦੇ ਮੌਕੇ ਵਧਾਉਣਾ, ਮੁੱਲ 'ਤੇ ਕੰਟਰੋਲ ਕਰਨਾ, ਵਿਗਿਆਨ ਅਤੇ ਟੈਕਨੋਲੋਜੀ ਨੂੰ ਮੁਹਾਰਤ, ਘੱਟ ਗਿਣਤੀ ਵਰਗ ਦੇ ਹਿੱਤਾਂ ਦੀ ਰੱਖਿਆ, ਵਿਦੇਸ਼ ਨੀਤੀ ਵਿੱਚ ਗੁਆਂਢੀ ਦੇਸ਼ਾਂ ਨਾਲ ਮਿੱਤਰਤਾ। ਜਨਤਾ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮ। ਖੇਤੀ ਮਜ਼ਦੂਰਾਂ ਅਤੇ ਨਿਰਮਾਣ ਕਾਰਜਾਂ 'ਤੇ ਲੱਗੇ ਮਜ਼ਦੂਰਾਂ ਦੇ ਕਲਿਆਣ ਲਈ ਉੱਚਤਮ ਕਦਮ ਉਠਾਉਣਾ, ਖੇਤੀਬਾੜੀ ਅਤੇ ਉਦਯੋਗਿਕ ਉਤਪਾਦਨਾਂ ਦੇ ਮੁੱਲ ਦੇ ਵਿੱਚ ਨਿਆਂਪੂਰਨ ਸੰਤੁਲਨ, ਖੇਤੀ ਅਤੇ ਪੇਂਡੂ ਵਿਕਾਸ ਨੂੰ ਪਹਿਲ ਦੇਣਾ, ਖੇਤੀ ਕੰਮਾਂ ਦੇ ਦੌਰਾਨ ਮੌਤ ਹੋਣ 'ਤੇ ਕਿਸਾਨ ਦੇ ਪਰਿਵਾਰ ਨੂੰ 50,000 ਰੁਪਏ ਦੀ ਹਾਨੀ ਪੂਰਤੀ ਦੇਣ ਦੀ ਵਿਵਸਥਾ ਕਰੇਗੀ। ਪੰਚਾਇਤੀ ਰਾਜ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਲਘੂ ਅਤੇ ਕੁਟੀਰ ਅਤੇ ਖੇਤੀ 'ਤੇ ਆਧਾਰਿਤ ਉਦਯੋਗਾਂ ਨੂੰ ਪਹਿਲ ਦੇਣਾ, ਉਦਾਰੀਕਰਨ ਦੀ ਨੀਤੀ, ਸਮਾਜਿਕ ਖੇਤਰ ਵਿੱਚ ਸੁਧਾਰ, ਦੇਸ਼ ਨੂੰ ਆਤਮ ਨਿਰਭਰਤਾ, ਸ਼ਹਿਰੀ ਪੁਨਰ ਉਥਾਨ ਅਤੇ ਵਿਕਾਸ, ਵਾਤਾਵਰਣ ਨੂੰ ਉਚਿਤ ਧਿਆਨ, ਰੁਜ਼ਗਾਰ ਦੇ ਮੌਕਿਆਂ ਦਾ ਵਿਸਥਾਰ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿਰੋਧੀ ਦਲ ਦੀ ਭੂਮਿਕਾ। ਲੋਕਤੰਤਰ ਸ਼ਾਸਨ ਪ੍ਰਣਾਲੀ ਵਿੱਚ ਵਿਰੋਧੀ ਦਲ ਦੀ ਬੜੀ ਉੱਤਮ ਭੂਮਿਕਾ ਹੁੰਦੀ ਹੈ। ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਪਹਿਲਾ ਹੈ ਵਿਰੋਧੀ ਦਲ ਸਦਨ ਦੇ ਵਿੱਚ ਅੰਦਰ ਬਾਹਰ ਦੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈ। ਵਿਰੋਧੀ ਦਲ ਮਹੱਤਵਪੂਰਨ ਰਾਸ਼ਟਰੀ ਮਾਮਲਿਆਂ ਅਤੇ ਰਾਜਨੀਤਿਕ ਕੰਮਾਂ ਦੇ ਵਿੱਚ ਸਰਕਾਰ ਨੂੰ ਸਹਿਯੋਗ ਦਿੰਦਾ ਹੈ। ਵਿਰੋਧੀ ਦਲ ਭਾਸ਼ਣ, ਗਲੋਟਰੀਆਂ ਅਤੇ ਸਮਾਚਾਰ ਪੱਤਰਾਂ ਦੁਆਰਾ ਲੋਕਾਂ ਨੂੰ ਸਾਰਵਜਨਿਕ ਮਾਮਲਿਆਂ ਦੀ ਜਾਣਕਾਰੀ ਦਿੰਦਾ ਹੈ ਅਤੇ ਉਹਨਾਂ ਵਿੱਚ ਰਾਜਨੀਤਿਕ ਚਿੰਤਾਵਾਂ ਨੂੰ ਜਾਗਰਿਤ ਕਰਦਾ ਹੈ। ਵਿਰੋਧੀ ਦਲ ਸਰਕਾਰ ਨੂੰ ਸੱਤਾ ਦੇ ਦੁਰਉਪਯੋਗ ਨਹੀਂ ਕਰਨ ਦਿੰਦਾ ਅਤੇ ਇਸ ਤਰ੍ਹਾਂ ਉਸ ਨੂੰ ਤਾਨੇਸ਼ਾਹ ਹੋਣ ਤੋਂ ਰੋਕਦਾ ਹੈ। ਵਿਰੋਧੀ ਦਲ ਦਾ ਸਮਰਥ ਲੋਕਮਤ ਦਾ ਨਿਰਮਾਣ ਕਰਦਾ ਹੈ। ਇਹ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਰਕਾਰ ਤੱਕ ਪਹੁੰਚਾਉਂਦਾ ਹੈ। ਸਮਾਂ ਆਉਣ ਉੱਤੇ ਵਿਰੋਧੀ ਦਲ ਆਪ ਸਰਕਾਰ ਗਠਨ ਕਰਦਾ ਹੈ ਅਤੇ ਸਰਕਾਰ ਦੀ ਵਾਗਡੋਰ ਸੰਭਾਲਦਾ ਹੈ। ਲੋਕਤੰਤਰ ਦੀ ਸਫਲਤਾ ਦੇ ਬਣਾਉਣ ਦੀਆਂ ਸ਼ਰਤਾਂ। ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਨੂੰ ਸਫਲ ਬਣਾਉਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ। ਪਹਿਲਾ ਹੈ ਸਿੱਖਿਆ ਦਾ ਪ੍ਰਸਾਰ। ਸਰਕਾਰ ਨੂੰ ਸਿੱਖਿਆ ਦੇ ਪ੍ਰਸਾਰ ਲਈ ਉਚਿਤ ਕਦਮ ਉਠਾਉਣੇ ਚਾਹੀਦੇ ਹਨ। ਪਿੰਡ ਵਿੱਚ ਸਕੂਲ ਖੋਲ੍ਹਣੇ ਚਾਹੀਦੇ ਹਨ। ਇਸਤਰੀ ਸਿੱਖਿਆ ਨੂੰ ਉਚਿਤ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਲਕ ਸਿੱਖਿਆ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ। ਪਾਠ్యਕ੍ਰਮ ਦੀ ਤਬਦੀਲੀ। ਦੇਸ਼ ਦੇ ਵਿੱਚ ਸਕੂਲ ਕਾਲਜਾਂ ਦੇ ਪਾਠ్యਕ੍ਰਮਾਂ ਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਬੱਚਿਆਂ ਨੂੰ ਰਾਜਨੀਤਿਕ ਸ਼ਾਸਤਰ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਲੋਕ ਸਿੱਖਿਆ ਕੇਂਦਰ
ਵਿੱਚ ਲੋਕਤੰਤਰੀ ਸਭਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜਿਨ੍ਹਾਂ ਬੱਚਿਆਂ ਨੂੰ ਚੋਣਾਂ ਤੋਂ ਪ੍ਰਸ਼ਾਸਨ ਚਲਾਉਣ ਦੀ ਸਿੱਖਿਆ ਮਿਲ ਸਕੇ। ਅੱਗੇ ਹੈ ਚੋਣ ਪ੍ਰਣਾਲੀ ਵਿੱਚ ਸੁਧਾਰ। ਦੇਸ਼ ਦੇ ਵਿੱਚ ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿ ਚੋਣਾਂ ਇੱਕੋ ਹੀ ਦਿਨ ਵਿੱਚ ਸੰਪੰਨ ਹੋ ਸਕਣ ਅਤੇ ਉਹਨਾਂ ਦਾ ਨਤੀਜਾ ਉਸੇ ਦਿਨ ਹੀ ਐਲਾਨੇ ਜਾਣ। ਨਿਆਂ ਪ੍ਰਣਾਲੀ ਵਿੱਚ ਸੁਧਾਰ। ਦੇਸ਼ ਦੇ ਵਿੱਚ ਜੱਜਾਂ ਦੀ ਗਿਣਤੀ ਵਧਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਮੁਕੱਦਮਿਆਂ ਦਾ ਨਿਪਟਾਰਾ ਜਲਦੀ ਹੋ ਸਕੇ। ਗਰੀਬ ਵਿਅਕਤੀਆਂ ਵਾਸਤੇ ਸਰਕਾਰ ਵੱਲੋਂ ਵਕੀਲਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਸਮਾਚਾਰ ਪੱਤਰ ਦੀ ਸੁਤੰਤਰਤਾ। ਦੇਸ਼ ਦੇ ਵਿੱਚ ਸਮਾਚਾਰ ਪੱਤਰਤਾ ਨੂੰ ਨਿਰਪੱਖ ਵਿਚਾਰ ਪ੍ਰਗਟ ਕਰਨ ਦੇ ਰੂਪ ਦੇ ਵਿੱਚ ਸੁਤੰਤਰਤਾ ਹੋਣੀ ਚਾਹੀਦੀ ਹੈ। ਆਰਥਿਕ ਵਿਕਾਸ। ਸਰਕਾਰ ਦੇ ਨਵੇਂ ਉਦਯੋਗਾਂ ਦੀ ਸਥਾਪਨਾ ਕਰਨੀ ਚਾਹੀਦੀ ਹੈ। ਉਸ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਜੁਟਾਉਣਾ ਚਾਹੀਦਾ ਹੈ। ਪਿੰਡ ਵਿੱਚ ਖੇਤੀ ਦੇ ਵਿਕਾਸ ਲਈ ਢੁਕਵੇਂ ਕਦਮ ਪੁੱਟਣੇ। ਭਾਰਤੀ ਲੋਕਤੰਤਰ ਦੇ ਮਹੱਤਵਪੂਰਨ ਵਿਸ਼ੇਸ਼ਤਾਵਾਂ। ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ। ਭਾਰਤ ਦਾ ਸੰਵਿਧਾਨ ਲੋਕਤੰਤਰੀ ਹੈ। ਇਸ ਦੇ ਪ੍ਰਸਤਾਵਾਂ ਵਿੱਚ ਲੋਕਤੰਤਰ ਦੇ ਮਹੱਤਵ ਅਤੇ ਸਿਧਾਂਤਾਂ ਦਾ ਵਰਣਨ ਹੈ। ਸਮਾਨਤਾ ਦਾ ਮੂਲ ਅਧਿਕਾਰ। ਭਾਰਤੀ ਸੰਵਿਧਾਨ ਦਾ ਇੱਕ ਵਿਸ਼ੇਸ਼ਤਾ ਇਹ ਸਿਧਾਂਤ ਲੋਕਤੰਤਰੀ ਆਤਮ ਨਿਰਭਰ ਹੈ। ਅੱਗੇ ਹੈ ਸੁਤੰਤਰਤਾ ਨੂੰ ਲੋਕਤੰਤਰ ਦਾ ਮੂਲ ਸਿਧਾਂਤ। ਚੌਥਾ ਹੈ ਲੋਕਤੰਤਰ ਦੇ ਵਿੱਚ ਭਾਰਤੀ ਭਾਵ ਦੀ ਭਾਵਨਾ ਸੰਵਿਧਾਨ ਦੇ ਪ੍ਰਸਤਾਵਾਂ ਨੂੰ ਸਪਸ਼ਟ ਝਲਕਦੀ ਹੈ। ਰਾਸ਼ਟਰੀ ਸੰਵਿਧਾਨ ਦੇ ਵਿੱਚ ਬਾਲਮਤ ਅਧਿਕਾਰ ਦੀ ਵਿਸਥਾਰ ਲੋਕਤੰਤਰ ਦੀ ਆਤਮਾ ਹੈ। ਛੇਵਾਂ ਹੈ ਭਾਰਤ ਵਿੱਚ ਸੁਤੰਤਰ ਚੋਣ ਪ੍ਰਣਾਲੀ ਸਰਵ ਧਰਮਾਂ, ਨਸਲਾਂ, ਭਾਸ਼ਾਵਾਂ ਦੇ ਲੋਕਾਂ ਦੀ ਚੋਣ ਵਿੱਚ ਬਰਾਬਰੀ ਪ੍ਰਦਾਨ ਕਰਦੀ ਹੈ। ਰਾਜਨੀਤਿਕ ਅਧਿਕਾਰ ਲੋਕਤੰਤਰ ਦੀ ਮੰਗ ਅਤੇ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਇਹ ਬਿਨਾਂ ਕਿਸੇ ਭੇਦਭਾਵ ਦੇ ਪ੍ਰਦਾਨ ਕਰਦਾ ਹੈ। ਭਾਰਤ ਦੇ ਵਿੱਚ ਸਥਾਪਿਤ ਨਿਆਂਪਾਲਿਕਾ ਧਰਮ ਨਿਰਪੇਖਤਾ ਅਤੇ ਗਣਤੰਤਰ ਲੋਕਤੰਤਰ ਦੀ ਬੁਨਿਆਦ ਨੂੰ ਮਜ਼ਬੂਤ ਕਰਦੇ ਹਨ। ਇਹ ਸੀਗਾ ਸੈਸ਼ਨ। ਇਸ ਦੇ ਨਾਲ ਜਿਹੜਾ ਸਾਡਾ ਚੈਪਟਰ ਨੰਬਰ 3 ਜਿਹੜਾ ਵਾ ਉਹ ਕੰਪਲੀਟ ਹੋ ਜਾਂਦਾ ਵਾ ਅਤੇ ਆਈ ਹੋਪ ਤੁਹਾਨੂੰ ਇਹ ਵੀ ਚੈਪਟਰ ਵਧੀਆ ਲੱਗਿਆ ਹੋਊਗਾ ਅਤੇ ਇਹਦੇ ਕੁਐਸਚਨ ਆਨਸਰ ਤੁਸੀਂ ਨੋਟ ਡਾਊਨ ਕੀਤੇ ਹੋਣਗੇ। ਇਹਨਾਂ ਚੈਪਟਰਾਂ ਦੀਆਂ ਟਰਾਂਸਲੇਸ਼ਨ ਮੈਂ ਜਲਦੀ ਹੀ ਸਟਾਰਟ ਕਰੂੰਗਾ ਅਤੇ ਇਹਨਾਂ ਦੇ ਵਿੱਚ ਅਸੀਂ ਪੜ੍ਹਾਂਗੇ, ਡੀਪਲੀ ਪੜ੍ਹਾਂਗੇ ਵੀ ਇਹ ਚੈਪਟਰਾਂ ਦੇ ਵਿੱਚ ਕੀ ਸੀ। ਅਸੀਂ ਇਹਦੇ ਕੁਐਸਚਨ ਆਨਸਰ ਹੁਣ ਕਰ ਚੁੱਕੇ ਹਾਂ। ਹੌਲੀ ਹੌਲੀ ਮੈਂ ਇਹਨਾਂ ਦੇ ਸਾਰੇ ਜਿਹੜੇ ਚੈਪਟਰ ਨੇ ਉਹਨਾਂ ਦੀ ਟਰਾਂਸਲੇਸ਼ਨ ਜਿਹੜੀ ਆ ਉਹ ਇਹਦੇ ਵਿੱਚ ਪਾਇਆ ਕਰੂੰਗਾ ਅਤੇ ਟਰਾਈ ਕਰਿਆ ਕਰੂੰਗਾ ਵੀ ਵਧੀਆ ਅਤੇ ਵੇ ਨਾਲ ਅਤੇ ਅਟਰੈਕਟਿਵ ਵੇ ਨਾਲ ਤੁਹਾਨੂੰ ਉਹ ਪੂਰਾ ਚੈਪਟਰ ਜਿਹੜਾ ਉਹ ਸਮਝਾ ਸਕਾਂ। ਥੈਂਕ ਯੂ ਸੋ ਮਚ ਵਾਚਿੰਗ ਫॉर ਮਾਈ ਸੈਸ਼ਨ।